ਬੇਸੁਮਾਰ ਅਥਾਹ ਅਗਨਤ ਤੋਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਕਲਯੁਗ ਕੇ ਜਹਾਜ ਬਾਣੀ ਕੇ ਬੋਹਿਤ, ਹਾਲਤ ਪਲਤ ਕੇ ਰਖਿਅਕ, ਸ਼ਬਦ ਗੁਰੂ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਹਜ਼ੂਰ ਕਲਗੀਧਰ ਪਿਤਾ ਜੀ ਦਾ ਇਤਿਹਾਸ ਦੀ ਲੜੀਵਾਰ ਵਿਚਾਰ ਜਿਹੜੀ ਚੱਲ ਰਹੀ ਹੈ, ਸਰਲੇਖ ਹੈ ਕਵੀ ਕਰਤਾਰ ਸਿੰਘ ਬਲਗਣ ਦੇ ਲਿਖਤ ਅਨੁਸਾਰ। ਚਿੜੀਆਂ ਜਿਸ ਦੀਆਂ ਬਾਜਾਂ ਤੇ ਹੋਣ ਭਾਰੂ, ਉਹਦੇ ਸਿੰਘਾਂ ਦੀ ਕਿੱਡੀ ਕੁ ਸ਼ਾਨ ਹੋਸੀ, 1.25 ਲੱਖ ਨਾਲ ਇੱਕ ਲੜਾਣ ਵਾਲਾ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ। ਇਹ ਸਰਲੇਖ ਹੇਠ 4 ਭਾਗ ਆਪਾਂ ਵਿਚਾਰ ਕੀਤੇ ਹਨ ਕਿ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ। ਅੱਜ 5ਵੇਂ ਭਾਗ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਤੇ ਦੂਸਰਾ ਗੁਰਮੁਖੋ ਅੱਜ 2021 ਦਾ ਸੰਪੂਰਨਤਾ ਦਿਵਸ ਹੈ ਤੇ ਕੱਲ ਨੂੰ ਸੰਨ 2022 ਦਾ ਆਗਮਨ ਹੈ। ਅੱਜ ਦੇ ਦਿਹਾੜੇ ਗੁਰੂ ਇਤਿਹਾਸ ਦੇ ਨਾਲ ਤੇ ਨਵੇਂ ਸਾਲ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਇਕਾਗਰ ਕਰੀਏ, ਕਲਗੀਧਰ ਪਿਤਾ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ। ਅਸਲ ਵਿੱਚ ਪੂਰਿਆਂ ਦੇ ਜੀਵਨ ਦੀ ਵਿਚਾਰ ਅਧੂਰੇ ਕੀ ਕਰ ਸਕਦੇ ਹਨ। ਪੂਰਾ ਗੁਰੂ ਆਪ ਹੀ ਕਿਰਪਾ ਕਰੇ ਵਿੱਚ ਵਰਤ ਕੇ ਵਿਚਾਰ ਕਰਵਾ ਲੈਣ। ਗੁਰਮੁਖ ਪਿਆਰਿਓ, ਅਸੀਂ ਅਰਦਾਸ ਵਿੱਚ ਜ਼ਿਕਰ ਕਰਦੇ ਹਾਂ ਨਾ, ਜਦੋਂ ਜ਼ਿਕਰ ਆਉਂਦਾ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ ਤੇ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਏਡੀਆਂ ਵੱਡੀਆਂ ਕੁਰਬਾਨੀਆਂ ਕਿਵੇਂ ਕਰ ਗਏ? ਉਹਨਾਂ ਵਾਹਿਗੁਰੂ ਬੋਲਿਆ, ਤੁਸੀਂ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਸ਼ਬਦ ਦਾ ਪ੍ਰੈਕਟੀਕਲ ਕਰਦੇ ਹਨ ਕਲਗੀਧਰ ਪਾਤਸ਼ਾਹ। ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ। ਪੌਣੇ 9 ਸਾਲ ਦੀ ਉਮਰ 'ਚ ਪਿਤਾ ਨੂੰ ਕੁਰਬਾਨੀ ਲਈ ਤੋਰਦੇ ਹਨ। ਪਿਤਾ ਦਾ ਕੱਟਿਆ ਹੋਇਆ ਸੀਸ ਆਉਂਦਾ ਹੈ, ਫਿਰ ਆਪਣੇ ਬੱਚਿਆਂ ਨੂੰ ਸ਼ਹਾਦਤ ਵਾਸਤੇ ਤੋਰਦੇ ਹਨ। ਫਿਰ ਸਾਹਿਬੇ ਕਮਾਲ ਜਦੋਂ ਕੜੀ ਨੂੰ ਤਾੜੀ ਮਾਰ ਕੇ ਛੱਡਦੇ ਹਨ, ਤਿੰਨਾਂ ਸਿੰਘਾਂ ਸਮੇਤ ਗੜੀ ਨੂੰ ਛੱਡਦੇ ਹਨ ਕਿ ਤਿੰਨਾਂ ਸਿੰਘਾਂ ਦੇ ਵਿੱਚ ਚਾਹੁੰਦੇ ਤੇ 2 ਪੁੱਤਰਾਂ ਨੂੰ ਵੀ ਲਿਜਾ ਸਕਦੇ ਸਨ। ਦੇਖ ਕੇ ਅਣਡਿੱਠ ਕੀ ਕੀਤਾ? ਜਦੋਂ ਗੜੀ ਨੂੰ ਛੱਡ ਰਹੇ ਹਨ ਤੇ ਚੋਲਾ ਇੱਕ ਝਾੜੀ ਵਿੱਚ ਅਟਕਿਆ ਤੇ ਕਲਗੀਧਰ ਪਾਤਸ਼ਾਹ ਨੇ ਪਿੱਛੋਂ, ਜਿਵੇਂ ਆਪਾਂ ਹੱਥ ਨਾਲ ਪਕੜ ਕੇ ਚੋਲਾ ਜ਼ੋਰ ਦੀ ਖਿੱਚਦੇ ਆ ਨਾ, ਕਹਿੰਦੇ ਨਾ ਜਾਮਾ ਲੀਰੋ ਲੀਰ ਸੀ। ਉਹ ਲੀਰੋ ਲੀਰ ਜਾਮਾ ਤਾਂ ਹੀ ਸੀ, ਜੰਗ ਲੜਦਿਆਂ ਹੋਇਆਂ ਝਾੜੀਆਂ ਸਨ, ਕੰਡਿਆਲੇ ਦਰਖਤ ਸਨ, ਉਹਨਾਂ 'ਚ ਅੜਦਿਆਂ ਉਹ ਫਟਦਾ ਗਿਆ। ਤੇ ਜਦੋਂ ਪਿੱਛੇ ਨੂੰ ਦੇਖਿਆ ਤੇ ਭਾਈ ਦਇਆ ਸਿੰਘ ਨੇ ਸੋਚਿਆ, ਸਤਿਗੁਰ ਆਪਣੇ ਪੁੱਤਰ ਦੀ ਲਾਸ਼ ਲੱਭ ਰਹੇ ਲਾਸ਼ਾਂ 'ਚੋਂ। ਪੁੱਤਰਾਂ ਵਾਲੇ ਬੱਚਿਆਂ ਵਾਲੇ ਹਾਂ ਸਾਰੇ ਹੀ,
ਕਿਸੇ ਦੇ ਪੁੱਤ ਦੀ ਮੌਤ ਹੋ ਜਾਵੇ ਨਾ, ਤੇ ਜਿੰਨਾ ਚਿਰ ਗੁਰਮੁਖੋ ਸੰਸਕਾਰ ਨਾ ਹੋਵੇ ਉਹਨਾਂ ਚਿਰ ਅਰਦਾਸਾਂ ਕਰੀ ਜਾਈਦੀਆਂ, ਕਿਤੇ ਮਹਾਰਾਜ ਇਹਨੂੰ ਮੋੜ ਦਿਓ, ਕਿਤੇ ਇਹਦੇ ਸਾਹ ਚੱਲ ਜਾਣ, ਕਿਤੇ ਕਿਰਪਾ ਹੀ ਹੋ ਜਾਵੇ। ਤੇ ਜਿਹੜਾ ਅੱਜ ਇਹ ਬਜ਼ੁਰਗ ਵੀ ਕੋਈ ਮਰਦਾ ਨਾ, ਤਾਂ ਵੀ ਉਹਦੇ ਸਰਾਣੇ ਵੱਲ ਭੰਡਾਰ ਭੰਨਦੇ, ਜ਼ੋਰ ਦੀ ਮਾਰਦੇ ਚੁੱਕ ਕੇ। ਉਹ ਵੀ ਇਸੇ ਦੀ ਕੜੀ ਆ। ਉਹਦਾ ਮਤਲਬ ਪਤਾ ਕੀ ਹੁੰਦਾ? ਪੁਰਾਤਨ ਸਮਿਆਂ 'ਚ ਇਹੋ ਜਿਹੀ ਡਾਕਟਰੀ ਸਹੂਲਤ ਨਹੀਂ ਸੀ ਹੁੰਦੀ ਕਿ ਜਿਹੜਾ ਦੇਖ ਸਕਣ ਇਹ ਕੋਮਾ 'ਚ ਚਲਾ ਗਿਆ ਕਿ ਜਾਂ ਮਰ ਗਿਆ। ਉਦੋਂ ਕੀ ਸਮਝਦੇ ਸੀ ਲੋਕ ਕਿ ਜਦੋਂ ਉਹਨੂੰ ਸ਼ਮਸ਼ਾਨ ਘਾਟ ਲੈ ਕੇ ਜਾਣਾ, ਪਹਿਲਾਂ ਇਸ਼ਨਾਨ ਕਰਾਉਣਾ। ਕਈ ਵਾਰ ਜੇ ਕਿਤੇ ਸਾਹ ਚੱਲਦਾ ਹੋਵੇ ਤਾਂ ਜਦੋਂ ਠੰਡੇ ਪਾਣੀ ਨਾਲ ਇਸ਼ਨਾਨ ਕਰਾਓ ਤੇ ਉਦੋਂ ਵੀ ਥੋੜ੍ਹਾ ਸਰੀਰ ਹਿੱਲ ਜੂ, ਪਤਾ ਲੱਗੂ ਜਿਉਂਦਾ ਹੈ। ਜਦੋਂ ਅੱਗੇ ਲੈ ਕੇ ਜਾਣਾ ਤੇ ਰੱਖ ਕੇ ਨਾ ਰਸਤੇ ਦੇ ਵਿੱਚ, ਤੇ ਉਹਦੇ ਸਿਰ ਦੇ ਬਰਾਬਰ ਤੇ ਕੰਨਾਂ ਦੇ ਕੋਲ ਇੱਕ ਜ਼ੋਰ ਦੀ ਕੱਚਾ ਮਟਕਾ ਫੋੜਦੇ ਸੀ, ਜਿਹਨੂੰ ਕਹਿੰਦੇ ਭੰਡਾਰ ਭੰਨ ਦਿੱਤਾ। ਉਹ ਕਈ ਅਰਥ ਹਨ ਉਹਦੇ। ਪਹਿਲਾਂ ਇਹ ਸੀ ਕੱਚੇ ਭਾਂਡੇ, ਤੁਸੀਂ ਉਵੇਂ ਬੋਲੋ ਕਿੰਨੀ ਆਵਾਜ਼ ਆਉਂਦੀ ਆ। ਤੇ ਜਦੋਂ ਟੁੱਟਦਾ ਸੀ, ਜੇ ਕੋਈ ਬੰਦਾ ਹੋਵੇ ਸੁੱਤਾ ਤੇ ਉਹਦੇ ਕੋਲ ਮਟਕਾ ਤੋੜੋਗੇ ਤੇ ਇੱਕਦਮ ਹਿੱਲ ਜਾਏਗਾ। ਉਹ ਜੇ ਥੋੜ੍ਹਾ ਬਹੁਤ ਹਿੱਲੇਗਾ ਪਤਾ ਲੱਗੇਗਾ ਇਹ ਬੰਦਾ ਜਿਉਂਦਾ ਹੈ, ਤੇ ਜੇ ਨਹੀਂ ਹਿੱਲਿਆ ਤੇ ਉਦੋਂ ਫਿਰ ਉਹਦਾ ਦੂਜੇ ਪਾਸੇ ਨੂੰ ਸਿਰ ਘੁਮਾ ਲੈਂਦੇ ਵੀ ਚੱਲ ਹੁਣ ਤੂੰ ਅੱਗੇ। ਉੱਥੇ ਰੱਖ ਕੇ ਸਿਰ ਵੀ ਲੋਕ ਘੁਮਾਇਆ ਕਰਦੇ ਹਨ। ਸਾਇੰਟਿਸਟ ਕਾਰਨ ਇੱਕ ਇਹ ਸੀ। ਦੂਸਰਾ ਕਾਰਨ ਇਹ ਸੀ ਵੀ ਹੁਣ ਇਹ ਸਰੀਰ ਰੂਪੀ ਠੀਕਰਾ ਵੀ ਭੱਜ ਗਿਆ ਇਹਦਾ, ਬਸ ਹੁਣ ਇਹ ਖਤਮ ਹੈ ਕੰਮ ਇਹਦਾ। ਸੋ ਭਾਈ ਦਇਆ ਸਿੰਘ ਨੇ ਸੋਚਿਆ ਮਹਾਰਾਜ ਪੁੱਤਰ ਦੀ ਲਾਸ਼ ਵੇਖਦੇ ਹੋਣਗੇ। ਸਤਿਗੁਰ ਆ ਪਈ ਜੁਝਾਰ ਦੀ ਲਾਸ਼। ਛੋਟੇ ਪੁੱਤਰ ਨਾਲ ਜ਼ਿਆਦਾ ਪਿਆਰ ਹੁੰਦਾ ਤਕਰੀਬਨ। ਦਇਆ ਸਿੰਘ ਵੱਲੇ ਨਿਗਾਹ ਗਈ ਜੰਦ ਤਾਰ ਦੀ, ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ। ਆਪਾਂ ਜ਼ਿਕਰ ਕਰ ਚੁੱਕੇ ਹਾਂ ਪਹਿਲਾਂ। ਮੈਂ ਅੱਜ ਕਿਉਂਕਿ ਅੱਜ ਸਾਲ ਦੀ ਸੰਪੂਰਨਤਾ ਮੈਂ ਇਸ ਵਿਸ਼ੇ ਵੱਲ ਵੀ ਥੋੜ੍ਹਾ ਚੱਲਣਾ। ਤੇ ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਆ ਜੇ ਲਾਸ਼ ਪੁੱਤਰ ਦੀ। ਸਤਿਗੁਰ ਕਹਿੰਦੇ ਸੁੱਟ ਦੇ ਇਹਨੂੰ। ਮਿੱਟੀ ਦੀਆਂ ਢੇਰੀਆਂ ਨਹੀਂ ਉਹ ਸੰਭਾਲੀ ਦੀਆਂ। ਕਿਹੜਾ ਪਿਤਾ ਹੈ ਜਿਹੜਾ ਆਪਣੇ ਪੁੱਤਰ ਦੀ ਲਾਸ਼ ਨੂੰ ਮਿੱਟੀ ਦੀ ਢੇਰੀ ਕਹਿ ਸਕਦਾ ਹੋਵੇ? ਮਹਾਰਾਜ ਕਾਹਦੇ ਵਾਸਤੇ, ਕਿਹੜੀ ਗੱਲ ਦੇ ਪਿੱਛੇ ਲੱਗੇ ਜੇ? ਇੱਕ ਵਾਰੀ ਮੁੱਖ ਤੱਕ ਲਓ, ਦੁਬਾਰਾ ਨਹੀਂ ਮੌਕਾ ਮਿਲੇਗਾ। ਇੱਕ ਸਵਾਲ ਦਾ ਜਵਾਬ ਦੇ ਕੇ ਜਾਓ, ਮੈਂ ਤਾਂ ਸੁੱਟਾਂਗਾ। ਸਤਿਗੁਰ ਕਹਿੰਦੇ ਦੱਸ ਇੱਥੇ ਅੱਜ ਕਿਹੜਾ ਸਵਾਲ ਹੈ ਜੰਗੇ ਮੈਦਾਨ? ਮਹਾਰਾਜ ਤੁਹਾਡੇ ਤੀਰ ਨਾਲ 1.25 ਤੋਲਾ ਸੋਨਾ ਲੱਗਿਆ ਕਾਸ ਵਾਸਤੇ। ਕਹਿੰਦੇ ਔਰੰਗਜ਼ੇਬ ਜਿਹੜਾ ਨਾ, ਉਹ ਪਿੰਡਾਂ ਦੇ ਲੋਕਾਂ ਨੂੰ ਤਲਵਾਰ ਦੇ ਜ਼ੋਰ ਨਾਲ ਚੱਕ ਕੇ ਲੈ ਆਉਂਦਾ ਸਾਡੇ ਵਿਰੁੱਧ ਗਿਣਤੀ ਵਧਾਉਣ ਵਾਸਤੇ, ਕਿ ਇਹਨਾਂ ਕੋਲ ਫੌਜ ਬੜੀ ਆ, ਡਰਾਉਣ ਵਾਸਤੇ। ਕਹਿੰਦੇ ਜੇ ਕੋਈ ਮਰ ਜਾਂਦਾ ਉਹਨੂੰ ਘਰਾਂ ਵਾਲੇ ਚੁੱਕ ਕੇ ਲੈ ਜਾਂਦੇ, ਇਹ ਨਹੀਂ ਚੁੱਕਦੇ। ਜੇ ਕੋਈ ਗਰੀਬ ਜ਼ਖਮੀ ਹੋ ਜਾਵੇ ਤਾਂ ਘਰਾਂ ਵਾਲੇ ਚੁੱਕਦੇ। ਸਾਡੇ ਤੀਰ ਨਾਲ ਕਿਸੇ ਦੀ ਮੌਤ ਹੋ ਜਾਵੇ ਤੇ ਬਾਲਣ ਤੇ ਖੱਫਣ ਦਾ ਬੰਦੋਬਸਤ ਕਰਨ ਵਾਸਤੇ 1.25 ਤੋਲਾ ਸੋਨਾ ਨਾਲ ਲਾਇਆ ਕਿ ਬਾਲਣ ਤੇ ਖੱਫਣ ਦਾ ਬੰਦੋਬਸਤ ਹੋ ਸਕੇ। ਜ਼ਖਮੀ ਹੋ ਜਾਵੇ ਤੇ 1.25 ਤੋਲੇ ਸੋਨੇ ਨਾਲ ਉਹਦਾ ਸੰਸਕਾਰ ਹੋ ਸਕੇ। ਸੋਨਾ ਕਿਉਂ ਲਾਇਆ? ਸੋਨੇ ਦਾ ਭਾਵ ਮਹਿੰਗਾਈ ਦੇ ਹਿਸਾਬ ਨਾਲ ਵੱਧਦਾ ਜਾਂਦਾ। ਤੇ ਭਾਈ ਦਇਆ ਸਿੰਘ ਨੇ ਲੰਬੀ ਧਾ ਮਾਰ ਕੇ ਆਖਿਆ ਸੀ ਬੜੇ ਹੀ ਗਰੀਬ ਮਾਪੇ ਇਸ ਸੰਸਾਰ ਵਿੱਚ ਪਏ ਨੇ, ਪਰ ਕਫਣੋਂ ਬਗੈਰ ਦੱਸ ਕਿਹਦੇ ਪੁੱਤ ਦਾਤਾ ਗਏ ਨੇ। ਪਰ ਕਫਣੋਂ ਬਗੈਰ ਦਾਤਾ ਕਿਹਦੇ ਪੁੱਤ ਦੱਸ ਗਏ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਆਖਦੇ ਹਨ ਕੌਮ ਦੇ ਸ਼ਹੀਦ ਨਹੀਂ ਉਹ ਕਫਣਾਂ ਨੂੰ ਲੋੜਦੇ। ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਬੜੇ ਗਰੀਬਾਂ ਤੋਂ ਗਰੀਬ ਲੋਕਾਂ ਦੇ ਬੱਚੇ ਮਰਦੇ ਵੇਖੇ ਆ, ਪਰ ਕਦੇ ਖੱਫਣ ਤੋਂ ਬਿਨਾਂ ਕਿਸੇ ਦਾ ਜਾਂਦਾ ਨਹੀਂ ਵੇਖਿਆ। ਉਹ ਦੁਸ਼ਮਣ ਦੇ ਸਰੀਰਾਂ 'ਤੇ ਖੱਫਣ ਪਾਉਣ ਵਾਲੇ ਦਾਤਾ ਤੇਰੇ ਅੱਜ 2 ਬਾਲਣ ਤੇ ਖੱਫਣ ਤੋਂ ਬਿਨਾਂ ਪਏ ਹਨ। ਫਿਰ ਸਵਾਲ ਕੀਤਾ ਮਹਾਰਾਜ ਹੁਕਮ ਕਰੋ ਪੱਗ ਪਾੜ ਕੇ 2 ਦਮਾਲੇ ਬਣਾ ਦਿਆਂ, 2 ਸਾਹਿਬਜ਼ਾਦਿਆਂ 'ਤੇ ਅੱਧਾ ਅੱਧਾ ਪਾ ਦਿਆਂ।
सतगुर महाराज कहते कौम दे शहीद नहीं हो कफना नूं लोड़ दे तू इसे दा ही दमाला एदे मुख उते मोड़ दे। कहते आ वेखो होर भी किन्ने पे आ, ये भी मावां दे पुत्तर हन जिहड़े साडे नाल बिना तनख्वाह तो रहे इस मेरे नाल ने। कहते ये भी मापियां दे लालां तो प्यारे ये लाल ने। अज भावें सारा संसार मैनू गढ़ी दा चोर समझे पर कोई ये ना समझे गोबिंद ने सिंह होर ते पुत होर समझे। देख के अंडिठ कीता कलगीधर खुद किड्डा को बलवान होसी, आत्मक तौर ते किड्डे बलवान सन सतगुरु कि पुत्रां दियां लाशां वल नज़र भर के भी नहीं तकिया, जिनकारे लाउंदे होए निकल गए। एक बचन मैं अपना होर साझा करके फिर अज दे विषे वल आउणा। इस संसार ते जदों किसी दी मौत हुंदी ना उदों खप्पण ते बालण दा लोक बंदोबस्त करदे आ, पर कलगीधर पातशाह किड्डे बलवान सी। की करदे लोक उहनूं इशनान कराउंदे, तैयार कराउंदे, चिखा चिणदे, अद्धा पिंड लग्या हुंदा। पर कलगीधर पातशाह ने जदों जख्म खुल गया सी ना, आपां कल जिक्र कीता सी, जदों 9 टंक दा धनुष बाण चलाया सी, जख्म खुल गया सी पेट दा, चरिओ सी जराह ने जख्म सलाना। जराह ने चाया सी वैद ने जख्म सील दिता जावे, नहीं सलवायो सतगुर आपे ही बंद राखा, जैसा हुक्म अकाल का था सोई माना। कहते हुण अकाल पुरख का हुक्म आ गया, सचखंड जाण दा वेला आ गया, सरोपे ना बन के रख लिया, सलवाया नहीं। सला सकते सी ना। उन्हें ये मैसेज दिता कि एक दिन सब ने संसार तो चलना है। एक कहावत है, कहते हीले रिजक ते बहाने मौत। हीला वसीला करोगे तो रिजक आएगा, तो मौत जो आउंदी बहाने ना आउंदी ना। कहते जिन्होंने साइलेंट अटैक हो गया, जिन्होंने आ हो गया, भाव कि वह मालिक जिहड़ा कोई ना कोई बहाना पक्का बनाउंदा इस संसार तो कूच करन दा। ते कलगीधर खुद किड्डा को बलवान हो सी, जिन्हां ने अपनी चिखा भी आपे चिणी, जिहड़े इशनान भी आपे ही करके गए, रहरास साहब दा पाठ भी आप कीता, ते सिखां नूं कह दिता हुण तुसीं कनातां ला दिओ चारे पासे ते दीवान सजाओ। पहली पातशाही दे वेले भी कनातां लगियां। 10वें पातशाह जदों इस संसार तो निरंकार दे द्वार ते जाना सी, सचखंड जाना सी, कहते कनातां ला दिओ, कीर्तन करो, वराग नहीं करना। ते अपनी चिखा नूं अग्नि भी कलगीधर पातशाह ने आप दिती। कलगीधर खुद किड्डा को बलवान होसी। सो सतगुरां दी वडियाई असी अधूरे की कर सकते हाँ। इन्ना ही समझ सकते हाँ कि सिख हर मुसीबत वेले, हर खुशी वेले, हर गमी वेले अरदास करदा, गुरु गोबिंद सिंह साहब सब थाई होए सहाय। ते सतगुर सहाई हुंदे आ। सिख नूं अटुट विश्वास है। ते इत्थों पता लगदा कि छोटा मूँह ते वड्डी गल वाली गल है। कि गुरु की वडियाई असी की कर सकते, असी इन्ना ही कह सकते हाँ कि कलगीधर तो वड्डा दुनिया ते लोक परलोक च कोई बलवान ना होया ते ना हो सकता है। इसे करके कवि ने कलम चुकी ते कह दिता, कलगी वालिया लिखां की सिफत तेरी, कागज कलम तो तेरा आकार वड्डा, तेरे चोज ते तेरी वडियाई वड्डी, तेरे गुणां दा चोजी पंडाल वड्डा, तेरी धन कुर्बानी मेरे शहनशाह जी, कीता सिरां दा तू ही वपार वड्डा, जुगो जुग ना लथना हिंदुस्तानियां तो, इस देश ते तेरा उदार वड्डा। कलगीधर पातशाह की किहड़ी कलम वडियाई लिख सकती ते किहड़ी जुबान वडियाई पर कर सकती है। गुरु साहब आप किरपा करन विच वरत के करवा लैण ते ओह उन्हां दा तरस है।
ਜਿਨ੍ਹਾਂ ਨੂੰ ਸ਼ੂਦਰ ਕਹਿ ਕੇ ਧਰਕਾਰਿਆ ਜਾਂਦਾ ਸੀ, ਜਿਨ੍ਹਾਂ ਨੂੰ ਲਤਾੜਿਆ ਜਾਂਦਾ ਸੀ, ਤੇ ਉਹਨਾਂ ਨੂੰ ਕੀ ਆਖਿਆ ਕਲਗੀਧਰ ਪਾਤਸ਼ਾਹ ਨੇ? ਜਦੋਂ ਪਹਾੜੀਆਂ ਨੇ ਆਖਿਆ ਨਾ ਭੀਮ ਚੰਦ ਕਲੂਰੀਏ ਨੇ, ਅੰਮ੍ਰਿਤ ਅਸੀਂ ਵੀ ਛਕਾਂਗੇ, ਤਿਆਰ ਹਾਂ ਛਕਣ ਨੂੰ, ਪਰ ਸਾਡੇ ਲਈ ਬਾਟਾ ਵੱਖਰਾ ਤਿਆਰ ਕੀਤਾ ਜਾਵੇ। ਅਸੀਂ ਸ਼ੂਦਰਾਂ ਦਾ ਜੂਠਾ ਨਹੀਂ ਛਕਣਾ, ਸ਼ੂਦਰਾਂ ਨਾਲ ਅੰਮ੍ਰਿਤ ਨਹੀਂ ਛਕਣਾ, ਅਸੀਂ ਇਹਨਾਂ ਨੂੰ ਵੱਖਰਾ ਛਕਾਇਆ ਜਾਵੇ। ਅਸੀਂ ਤੇ ਸਰਦਾਰਾਂ ਦੇ ਪੁੱਤ ਹਾਂ, ਸਾਡੇ ਤੇ ਘਰਾਂ 'ਚ ਸਰਦਾਰੀਆਂ ਸ਼ੁਰੂ ਤੋਂ, ਅਸੀਂ ਰਾਜਿਆਂ ਦੇ ਪੁੱਤ ਹਾਂ। ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਕੀ ਆਖਿਆ ਸੀ? ਜਿਨ ਕੀ ਜਾਤ ਗੋਤ ਅਰ ਕੁਲ ਮੈਂ ਸਰਦਾਰੀ ਨਾ ਭਈ ਕਦਾਹੀ। ਜਿਨ੍ਹਾਂ ਦੀ ਜਾਤ ਗੋਤ ਤੇ ਕੁਲ 'ਚ ਕਦੇ ਵੀ ਸਰਦਾਰੀ ਆਈ ਨਹੀਂ, ਇਨਹੀ ਕੋ ਮੈਂ ਸਰਦਾਰ ਬਣਾऊं। चिड़ियों से मैं बाज तड़ाऊं, 1.25 लाख से एक लड़ाऊं, तबै गोबिंद सिंह नाम कहाऊं। ਜਦੋਂ ਮੈਨੂੰ ਕੋਈ ਕਹਿੰਦਾ ਨਾ ਕੌਮ ਦਾ ਕੀ ਬਣੇਗਾ, ਪੰਥ ਦਾ ਕੀ ਬਣੇਗਾ ਜੀ, ਇਹ ਤੇ ਬੱਚੇ ਦਾੜੀਆਂ ਕਟਾਈ ਜਾਂਦੇ, ਕੇਸ ਕਟਾਈ ਜਾਂਦੇ। ਮੈਂ ਕਹਿੰਦਾ ਹੁੰਦਾ ਇਹ ਨਾ ਕਿਹਾ ਕਰੋ ਕੌਮ ਦਾ ਕੀ ਬਣੇਗਾ, ਇਹ ਕਿਹਾ ਕਰੋ ਅਸੀਂ ਗੁਰੂ ਤੋਂ ਬੇਮੁਖ ਹੋ ਗਏ, ਸਾਡਾ ਕੀ ਬਣੂਗਾ। ਕੌਮ ਦਾ ਵਾਲੀ ਕੋਈ ਇਹੋ ਜਿਹਾ ਸਾਡੇ ਵਰਗਾ ਥੋੜ੍ਹੀ ਹੈ ਕਿ ਕੌਮ ਦਾ ਫਿਕਰ ਪੈ ਜੇ ਕੀ ਬਣੇਗਾ। ਇਸ ਕੌਮ ਦਾ ਮੁਰਸ਼ਦ, ਇਸ ਕੌਮ ਦਾ ਵਾਲੀ ਤੇ ਇਹ ਕਹਿੰਦਾ ਹੈ ਕਿ 1.25 लाख से एक लड़ाऊं, तबे गोबिंद सिंह नाम कहाऊं। ਕਹਿੰਦੇ ਮੈਂ ਗੋਬਿੰਦ ਸਿੰਘ ਨਹੀਂ ਖਵਾਵਾਂਗਾ ਜੇ 1.25 ਲੱਖ ਨਾਲ ਇੱਕ ਨੂੰ ਨਾ ਲੜਾ ਦੇਵਾਂ। ਤੇ ਉਹਨੇ ਤੇ ਜਿੱਤੇ ਦ੍ਰਿਸ਼ਟੀ ਪਾਤੀ, 1.25 ਲੱਖ ਤੇ ਭਾਰੂ ਹੋ ਜਾਣਾ। ਕੌਮ ਦਾ ਫਿਕਰ ਨਾ ਕਰਿਆ ਕਰੋ, ਕੌਮ ਚੜ੍ਹਦੀ ਕਲਾ ਵਿੱਚ ਸੀ, ਚੜ੍ਹਦੀ ਕਲਾ 'ਚ ਹੈ, ਇਹ ਪੰਥ ਖਾਲਸਾ ਚੜ੍ਹਦੀ ਕਲਾ ਵਿੱਚ ਹੀ ਰਹੇਗਾ। ਹੁਣ ਇੱਕ ਬੰਦਾ ਕਵੇ ਕਿ ਕੌਮ ਦਾ ਕੀ ਬਣੇਗਾ, ਉਸ ਤਰ੍ਹਾਂ ਹੋ ਗਿਆ ਜਿਵੇਂ ਇੱਕ ਦਰਖਤ ਨੂੰ ਟੁੱਟਿਆ ਪੱਤਾ ਕਵੇ ਕਿ ਮੈਂ ਟੁੱਟ ਗਿਆ, ਹੁਣ ਦਰਖਤ ਦਾ ਕੀ ਬਣੇਗਾ। ਦਰਖਤ ਨੂੰ ਤੇਰੇ ਵਰਗੇ ਲੱਖਾਂ ਹੋਰ ਲੱਗ ਜਾਣੇ ਆ, ਕਿਉਂਕਿ ਦਰਖਤ ਤੋਂ ਪਾਵਰਫੁੱਲ ਹੈ, ਤੇਰੇ ਵਰਗੇ ਤੇ ਹੋਰ ਬਹੁਤ ਆ ਜਾਣੇ, ਪਰ ਤੇਰਾ ਕੀ ਬਣੇਗਾ। ਜਿਵੇਂ ਦਰਖਤ ਨੂੰ ਟਾਹਣੀ ਟੁੱਟ ਗਈ, ਉਹ ਗਲ ਸੜ ਜਾਂਦੀ, ਉਹਨੂੰ ਚੁੱਕ ਕੇ ਲੋਕੀ ਚੁੱਲ੍ਹੇ 'ਚ ਡਾਹ ਲੈਂਦੇ ਆ। ਇਸ ਕਰਕੇ ਗੁਰਮੁਖਾ, ਜੇ ਤੂੰ ਪੰਥ ਨੂੰ ਟੁੱਟ ਗਿਆ ਨਾ, ਗੁਰੂ ਨੂੰ ਟੁੱਟ ਗਿਆ, ਤੈਨੂੰ ਕਿਸੇ ਚੁੱਲ੍ਹੇ 'ਚ ਵੀ ਸ਼ਾਇਦ ਜਗ੍ਹਾ ਨਹੀਂ ਜੇ ਮਿਲਣੀ। ਇਸ ਕਰਕੇ ਆਪਣਾ ਫਿਕਰ ਸਾਨੂੰ ਕਰਨਾ ਚਾਹੀਦਾ ਵੀ ਸਾਡਾ ਕੀ ਬਣੇਗਾ। ਇਹ ਤੇ ਕਲਗੀਧਰ ਪਾਤਸ਼ਾਹ ਮੁਰਸ਼ਦ ਹਨ, ਜਿਨ੍ਹਾਂ ਨੇ ਪੰਥ ਨੂੰ ਸਾਜਿਆ ਹੈ। ਤੇ ਉਹਨਾਂ ਕੀ ਆਖਿਆ ਸੀ ਜਦੋਂ ਵਧਾਈਆਂ ਦਿੱਤੀਆਂ ਨਾ, ਮਹਾਰਾਜ ਵਧਾਈ ਹੋਵੇ ਤੁਹਾਡਾ ਇਹ ਪੰਥ ਤਿਆਰ ਹੋ ਗਿਆ ਖਾਲਸਾ। ਮਹਾਰਾਜ ਨੇ ਕਿਹਾ ਨਹੀਂ, ਇਹ ਮੇਰਾ ਨਹੀਂ ਪੰਥ ਮਹਾਰਾਜ, ਤੁਹਾਡਾ। ਸਤਿਗੁਰ ਨੇ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ, ਇਹ ਅਕਾਲ ਪੁਰਖ ਦੀ ਫੌਜ ਹੈ। ਕਹਿੰਦੇ ਮਹਾਰਾਜ ਤੁਸੀਂ ਇਹਨਾਂ ਨੂੰ ਪ੍ਰਗਟ ਕੀਤਾ। ਮਹਾਰਾਜ ਕਹਿੰਦੇ ਨਹੀਂ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਉਹਦੀ ਮੌਜ ਨਾਲ ਪ੍ਰਗਟ ਹੋਇਆ। ਤੇ ਜਿਹੜਾ ਭਲਾ ਪਰਮਾਤਮਾ ਦੀ ਮੌਜ ਨਾਲ ਪ੍ਰਗਟ ਹੋਇਆ ਹੋਵੇ, ਉਹਨੂੰ ਕੋਈ ਮਾਰ ਸਕਦਾ? ਇਹ ਜੰਮਿਆ ਨਹੀਂ ਆ, ਜਿਹੜਾ ਜੰਮਿਆ ਹੁੰਦਾ ਉਹਨੇ ਮਰਨਾ ਹੁੰਦਾ। ਇਹ ਪ੍ਰਗਟਿਆ ਹੈ, ਪ੍ਰਗਟਿਆ ਜਿਹੜਾ ਉਹ ਸਦੀਵੀ ਹੁੰਦਾ। ਸਤਿਗੁਰੂ ਨਾਨਕ ਪ੍ਰਗਟਿਆ, ਕੀ ਹੋਇਆ ਫਿਰ? ਮਿੱਟੀ ਧੁੰਦ ਜਗ ਚਾਨਣ ਹੋਆ। ਗੁਰੂ ਤੇਗ ਬਹਾਦਰ ਸਾਹਿਬ ਵਾਸਤੇ ਸੈਨਾਪਤੀ ਨੇ ਸ਼ਬਦ ਵਰਤੇ ਆ, ਪ੍ਰਗਟ ਭਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਕੀ ਚਾਦਰ। ਤੇ ਜਾਂ ਸ਼ਬਦ ਵਰਤਿਆ ਫਿਰ, ਵਾਹੋ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੇ ਫਿਰ ਹੋਰ ਪ੍ਰਗਟਿਆ ਸ਼ਬਦ ਕਿਹਦੇ ਵਾਸਤੇ ਵਰਤਿਆ? ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੇ ਨਾਦੀ ਪੁੱਤਰਾਂ ਵਾਸਤੇ ਵਰਤਿਆ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸੋ ਸਤਿਗੁਰੂ ਕਿਰਪਾ ਕਰਨ। ਸਤਿਗੁਰਾਂ ਦਾ ਇਤਿਹਾਸ ਵਿਚਾਰਦੇ ਹਾਂ, ਕਈ ਪ੍ਰਕਾਰ ਦੀਆਂ ਛੋਟੀਆਂ ਮੋਟੀਆਂ ਗਲਤੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਸਾਹਿਬ ਆਪ ਕਿਰਪਾ ਕਰਨ, ਅਗਾਂਹ ਤੋਂ ਸੁੱਧਤਾ ਅਤੇ ਸੁਧਾਰਤਾ ਦੀ ਦਾਤ ਬਖਸ਼ਿਸ਼ ਕਰਨ। ਅੱਜ ਸਾਲ ਦਾ ਜਿਹੜਾ ਅੰਤਮ ਦਿਹਾੜਾ ਹੈ, ਵੈਸੇ ਅਸੀਂ ਨਵੇਂ ਸਾਲ ਦਾ ਜਿਹੜਾ ਪ੍ਰੋਗਰਾਮ ਹੈ ਨਾ, ਉਹ 2 ਤਰੀਕ ਵਾਲੇ ਦਿਨ ਕਰ ਰਹੇ ਹਾਂ। ਦਿਨ ਦੇ ਵਿੱਚ ਸਤਿਗੁਰੂ ਦੀ ਕਿਰਪਾ ਸਦਕਾ, ਮੈਂ ਪਹਿਲਾਂ ਸਵੇਰੇ ਵੀ ਜ਼ਿਕਰ ਕੀਤਾ ਸੀ ਕਿ ਜਿਸ ਦਿਨ ਕੋਈ ਦਿਨ ਹੁੰਦਾ ਨਾ, ਜਾਂ ਜਿਸ ਦਿਨ ਗੁਰਪੁਰਬ ਦਾ ਦਿਹਾੜਾ ਹੁੰਦਾ, ਉਸੇ ਦਿਨ ਮਨਾਉਣ ਦੀ ਕਿਉਂ ਜ਼ਰੂਰਤ ਹੁੰਦੀ ਆ?
ਉਸੇ ਦਿਨ ਮਨਾਉਣ ਦੀ ਜ਼ਰੂਰਤ ਉਸ ਜਗ੍ਹਾ ਹੁੰਦੀ ਹੈ ਜਿਵੇਂ ਇਤਿਹਾਸਿਕ ਸਥਾਨ ਹੋ ਗਏ, ਵੱਡੇ ਵੱਡੇ ਗੁਰਦੁਆਰਾ ਸਾਹਿਬ ਹੋ ਗਏ। ਮੰਨ ਲਓ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਹੈ, ਜਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਜਿੱਥੇ ਬਿਨਾਂ ਬੁਲਾਏ ਸੰਗਤ ਨੇ ਆਉਣਾ ਹੁੰਦਾ ਹੈ, ਜਿੱਥੇ ਸੰਗਤ ਨੇ ਮਰਜ਼ੀ ਨਾਲ ਆਉਣਾ ਹੁੰਦਾ ਕਿ ਅੱਜ ਨਵਾਂ ਸਾਲ ਹੈ ਜਾਂ ਅੱਜ ਗੁਰਪੁਰਬ ਹੈ ਤਾਂ ਚਲੋ ਸਾਬੋ ਕੀ ਤਲਵੰਡੀ ਚੱਲਦੇ ਹਾਂ, ਪਤਾ ਹੁੰਦਾ ਪ੍ਰੋਗਰਾਮ ਹੈ। ਪਰ ਇੱਥੇ ਅਸੀਂ ਸੈਨਾ ਦੇ ਵਿੱਚ ਸਾਡਾ ਇਸ ਤਰ੍ਹਾਂ ਦਾ ਕਈ ਵਾਰ ਟ੍ਰੇਨਿੰਗ ਦਾ ਸ਼ਡਿਊਲ ਹੁੰਦਾ ਹੈ। ਪਹਿਲਾ ਹੁਕਮ ਹੀ ਗੁਰੂ ਨਾਨਕ ਪਾਤਸ਼ਾਹ ਦਾ ਕਿਰਤ ਕਰੋ। ਕਿਰਤ ਸਾਡੀ ਇਹ ਕਿਰਤ ਹੈ ਨਾ ਜਿੱਥੇ ਸਾਨੂੰ ਸਤਿਗੁਰ ਨੇ ਲਾ ਰੱਖਿਆ। ਅਤੇ ਜੇ 80% ਟ੍ਰੇਨਿੰਗ 'ਚ ਲੱਗੀ ਹੋਈ ਫੌਜ ਅਤੇ 5 ਕੁ ਬੰਦੇ ਇੱਥੇ ਬਹਿ ਕੇ ਅਸੀਂ ਗੁਰੂ ਗੁਰੂ ਜਪਦੇ ਹੋਏ, ਤਾਂ ਉਹਦੇ ਨਾਲੋਂ ਇਹ ਚੰਗਾ ਕਿ ਅਸੀਂ ਤਾਂ ਜਦੋਂ ਹੀ ਇਹ ਦੇਸ਼ ਪਾਸ ਕਰ ਦਿੱਤਾ ਉਦੋਂ ਹੀ ਪ੍ਰੋਗਰਾਮ ਹੋ ਜਾਣਾ। ਸਾਈ ਘੜੀ ਸੁਲੱਖਣੀ ਜਿਤ ਸਿਮਰਤ ਹਰ ਨਾਮ, ਜਿਸ ਦਿਨ ਆਨੰਦ ਨਾਲ ਬੈਠਾ ਜਾਵੇ। ਇਸ ਕਰਕੇ ਸਮਾਂ ਲਿਖਿਆ ਕਿ ਐਤਵਾਰ ਦਾ ਦਿਹਾੜਾ, ਐਤਵਾਰ ਨੂੰ ਅਸੀਂ 2 ਤਰੀਕ ਨੂੰ ਨਵੇਂ ਸਾਲ ਦਾ ਪ੍ਰੋਗਰਾਮ ਕਰਾਂਗੇ। 5 ਤਰੀਕ ਨੂੰ 7 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 9 ਤਰੀਕ ਨੂੰ ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾਏਗਾ। ਤਿੰਨੇ ਦਿਨ ਹੀ ਚੜ੍ਹਦੀਆਂ ਕਲਾ ਦੇ ਵਿੱਚ ਲੰਗਰਾਂ ਦੀਆਂ ਸੇਵਾਵਾਂ ਚੱਲਣਗੀਆਂ, ਜਲ ਪਾਨ ਚਾਹ ਬੂੰਦੀ ਦੇ ਲੰਗਰ ਵਗੈਰਾ ਚੱਲਣਗੇ, ਕਿਉਂਕਿ ਇਹ ਪਲਟਣੀ ਗੁਰੂ ਕਲਗੀਧਰ ਪਾਤਸ਼ਾਹ ਦੀ ਹੈ। ਖਾਲਸਾ ਪਲਟਣ ਦੇ ਜਰਨੈਲ ਹੀ ਗੁਰੂ ਸਾਹਿਬ ਆਪ ਹਨ। ਸੋ ਪਿਆਰਿਓ, ਨਵੇਂ ਸਾਲ ਦਾ ਅਰਥ ਕੀ ਹੁੰਦਾ ਹੈ? ਪਹਿਲੀ ਗੱਲ ਤਾਂ ਮੈਂ ਇਹ ਕਹਾਂ ਕਿ ਨਵਾਂ ਕੀ ਹੈ। ਨਵਾਂ ਤਾਂ ਅਸਲ ਦੇ ਵਿੱਚ ਕੁਛ ਨਹੀਂ ਹੈ। ਇਹ ਨਵੇਂ ਪੁਰਾਣੇ ਤੇ ਅਸੀਂ ਬਣਾਏ ਆ। ਦਿਨ ਚੰਗਾ ਕਿਹੜਾ ਤੇ ਦਿਨ ਮਾੜਾ ਕਿਹੜਾ, ਇਹ ਗੁਰੂ ਸਾਹਿਬ ਕੋ ਪੁੱਛੀਏ। ਸਤਿਗੁਰੂ ਜੀ ਆਖਦੇ ਹਨ, ਸਾਈ ਘੜੀ ਸੁਲੱਖਣੀ ਜਿਤ ਸਿਮਰਤ ਹਰ ਨਾਮ। ਨਵੇਂ ਸਾਲ ਨੂੰ ਜੀ ਆਇਆਂ ਕਹਿਣਾ ਤੇ ਕਿਵੇਂ ਕਹਿਣਾ ਚਾਹੀਦਾ? ਗੁਰੂ ਗੁਰੂ ਜਪਣਾ ਚਾਹੀਦਾ, ਕੁਛ ਨਵਾਂ ਕਰਨਾ ਚਾਹੀਦਾ। ਤੇ ਸਾਰੀ ਰਾਤ ਸ਼ਰਾਬ ਪੀਣੀ, ਹੋਸ਼ ਹਵਾਸ ਖੋ ਬੈਠਣੀ ਤੇ ਕਹਿਣਾ ਜੀ ਹੈਪੀ ਨਿਊ ਈਅਰ। ਉਹ ਕਿਹੜਾ ਹੈਪੀ ਹੋ ਗਿਆ? ਉਹ ਕਿਹੜਾ ਚੰਗਾ ਹੋ ਗਿਆ? ਸਾਰੀ ਰਾਤ ਸ਼ਰਾਬਾਂ ਪੀਂਦੇ ਰਹੇ। ਫਿਰ ਅਸੀਂ ਕੀ ਸੋਚਦੇ ਹਾਂ ਕਿ ਨਵਾਂ ਸਾਲ ਆ ਗਿਆ। ਸਾਡੇ ਬਜ਼ੁਰਗ ਆਖਦੇ ਹੁੰਦੇ ਸੀ, ਬੰਦਾ ਗਿਣਦਾ ਦਿਨ ਗਿਆ ਤੇ ਹੋ ਕੀ ਰਿਹਾ? ਕਹਿੰਦੇ ਬਣਦਾ ਗਿਣਦਾ ਦਿਨ ਗਿਆ ਤੇ ਉਮਰ ਘਟੇਂਦੀ ਜਾ। ਸਾਲ 1 ਸਾਲ ਹੋਰ ਜ਼ਿੰਦਗੀ 'ਚੋਂ ਘਟ ਗਿਆ ਤਾਂ ਅਸੀਂ ਖੁਸ਼ੀ ਮਨਾਈ ਜਾ ਰਹੇ ਹਾਂ। ਸਾਲ ਹੀ ਘਟਿਆ ਨਾ। ਬੰਦਾ ਜਨਮ ਦਿਨ ਮਨਾਉਂਦਾ, ਅਤੇ ਮੈਂ ਕਈ ਵਾਰੀ ਆਖਦਾ ਹੁੰਦਾ, ਜੇ ਸੱਚ ਆਖਿਆ ਜਾਵੇ ਨਾ ਤਾਂ ਸੱਚ ਕੌੜਾ ਹੁੰਦਾ। ਅਤੇ ਜਨਮ ਦਿਨ ਨਹੀਂ, ਅਸਲ ਵਿੱਚ ਤਾਂ ਉਹ ਮਰਨ ਦਿਨ ਹੋ ਗਿਆ, ਕਿਉਂਕਿ ਜ਼ਿੰਦਗੀ ਦਾ 1 ਸਾਲ ਹੋਰ ਘਟ ਗਿਆ। ਅਤੇ ਜਦੋਂ ਬੰਦਾ ਉੱਤੇ ਮੋਮਬੱਤੀਆਂ ਜਿਹੀਆਂ ਬਾਲ ਕੇ ਕੇਕ ਦੇ ਉੱਤੇ ਰੱਖ ਦਿੰਦਾ ਨਾ, ਪੋਲੇ ਪੋਲੇ ਕੇਕ 'ਤੇ, ਅਤੇ ਉੱਥੇ ਮੋਮਬੱਤੀਆਂ ਰੱਖੀਆਂ ਹੁੰਦੀਆਂ, ਇੱਕ ਛੱਡ ਕੇ ਬਾਕੀ ਫੂਕ ਮਾਰ ਦਿੰਦਾ, ਤਾਂ ਉਹ ਇਹ ਮੈਸੇਜ ਦਿੰਦਾ ਕਿ ਲੱਗਦਾ ਇਹੋ ਹੀ ਸਾਲ ਰਹਿ ਗਿਆ ਜ਼ਿੰਦਗੀ ਦਾ, ਇੱਕੋ ਹੀ ਰਹਿ ਗਿਆ, ਬਾਕੀ ਸਾਰੇ ਹੀ ਖਤਮ ਹੋ ਗਏ। ਮਤਲਬ ਤਾਂ ਇਹੀ ਬਣਦਾ ਨਾ। ਹੋਣਾ ਕੀ ਚਾਹੀਦਾ ਹੈ? ਨਵਾਂ ਪੁਰਾਣਾ ਸਾਲ ਗੁਜ਼ਰਿਆ, ਅੱਜ ਬੈਠ ਕੇ ਪਛੋਤਾਪ ਕੀਤਾ ਜਾਏ। ਇੰਨੇ ਸਾਲ ਲੰਘ ਗਏ ਉਮਰ ਦੇ, ਕਿੰਨੀਆਂ ਕੁ ਬਾਣੀਆਂ ਕੰਠ ਹੋਈਆਂ, ਕਿ ਮੈਂ ਨਿਤਨੇਮੀ ਹੋਇਆ ਕਿ ਨਹੀਂ ਹੋਇਆ, ਕਿੰਨਾ ਕੁ ਮੈਂ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਕੀਤਾ ਹੈ। ਅਤੇ ਨਹੀਂ ਤਾਂ ਫਿਰ ਪ੍ਰਣ ਕਰ ਲਈਏ, ਮਹਾਰਾਜ ਕੱਲ੍ਹ ਤੋਂ ਨਵਾਂ ਸਾਲ ਆਰੰਭ ਹੋ ਰਿਹਾ, ਆਹ ਜਿਹੜੀ ਬੁਰਾਈ ਹੈ ਨਾ ਸ਼ਰਾਬ ਵਾਲੀ, ਮੇਰੇ ਜੀਵਨ 'ਚੋਂ ਚਲੀ ਜਾਵੇ। ਗੁਰੂ ਸਾਹਿਬ ਵੀ ਆਖਦੇ ਹਨ, ਬਾਬੇ ਕਬੀਰ ਜੀ ਦਾ ਅੰਮ੍ਰਿਤ ਬਚਨ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਕਬੀਰ ਜੀਓ ਕਾ, ਏਕ ਸਵਾਨ ਕਹਿ ਕਰ ਗਾਵਣਾ। ਜਨਨੀ ਜਾਨਤ ਸੁਤ ਵੱਡਾ ਹੋਤ ਹੈ। ਮਾਂ ਕੀ ਸਮਝਦੀ ਆ? ਮੇਰਾ ਪੁੱਤ ਵੱਡਾ ਹੋ ਰਿਹਾ। ਇਤਨਾ ਕੁ ਨਾ ਜਾਣੈ, ਜੇ ਦਿਨ ਦਿਨ ਅਵਧ ਘਟਤ ਹੈ। ਉਹ ਭੋਲੀ ਮਾਂ, ਜਨਮ ਦੇਣ ਵਾਲੀ ਮਾਂ ਬੜਾ ਖੁਸ਼ ਹੁੰਦੀ, ਮੇਰਾ ਪੁੱਤ ਹੁਣ ਤੁਰਨ ਲੱਗ ਪਿਆ, ਹੁਣ ਮੇਰਾ ਪੁੱਤ ਵੱਡਾ ਹੋ ਗਿਆ। ਪਰ ਬਾਬਾ ਕਬੀਰ ਜੀ ਕਹਿੰਦੇ ਉਹ ਇੰਨਾ ਵੀ ਨਹੀਂ ਜਾਣਦੀ, ਦਿਨ ਦਿਨ ਅਵਧ ਘਟਤ ਹੈ। ਦਿਨ ਦਿਨ ਕਰਕੇ ਉਹਦੀ ਉਮਰ ਘਟੀ ਜਾ ਰਹੀ ਆ। ਅਸੀਂ ਖੁਸ਼ੀਆਂ ਮਨਾਉਂਦੇ, ਨਵਾਂ ਸਾਲ ਆ ਗਿਆ,
पर ये भी याद रखिए साडी जिंदगी चों एक साल जिहड़ा वो घट गया है। मोर मोर कर अदेक लाड़ तर, पेखत ही जमराओ हसै। कहंदे जदों माँ मेरा मेरा पुत्र करके लाड़ करदी है ना, मेरा पुत वड्डा होई जा रहा, कहंदे जमराज फिर वेख वेख के हसदा उहनूं मां नूं। वो तो हसदा इस करके आ कि भोली कहंदी वड्डा होई जा रहा, ये खुश हो रही आ मेरा मेरा करदी आ, पर ये तो तेरा नहीं हुण मेरा होण वाला। ये तो इहदी उम्र घटी जाती। जमराज फिर हसदा, पेखत ही जमराओ हसै। ऐसा तै जग भरम लाया, ऐसे जग नूं भरम ते लाया होया है। कैसे बूझै जब मोया है माया। बाबा कबीर जी कहंदे ये बुझ किवें सकदा, इनू तो माया ने गलवकड़ी च लिया होया, जकड़िया होया माया ने। माया की है? असीं आम तौर पर पैसे नूं नोटां नूं माया मन लैंदे। पुछिए गुरु ग्रंथ साहिब महाराज को, महाराज माया किनू आखांगे? सतगुरु जी माया किस नूं आखीए, क्या माया कर्म कमाए? तो गुरु अमरदास पातशाह कहंदे ए माया जित हर विसरै भाओ दूजा लाया। वो हर वस्तु हर चीज़ माया है, जिहदे नाल मोह लग के परमात्मा भुल जावे तो अपने नाल सानू ला लवे। मैं दो उदाहरणां देना तुहानूं। पहली तुहाडी फौजियां दी देना, फौजी वीर बैठे आ। पुछिए भाई तू तो बड़े गुरसिख परिवार का बच्चा। एक दिन एक बच्चा मैनूं कहंदा आ के, बाबा जी मेरा तो सारा ही परिवार अमरतारी आ, मैं भी गुरसिख हुंदा सी, फौज में छोटे हुंदे फोटोआं दिखाइयां, कहंदे वेखो मेरा दाड़ा। तो मैं कई बारी आखदा हुन्ना कि प्यारिया एक निशान साहब लग्या ना बाहर, वो की मैसेज दिंदा? उहदा अर्थ नाम की आ? निशान साहब। जैसा नाम वैसा ही काम। निशान साहब किहदा निशान है? साहब का निशान। तो जदों साडी पलटन के CO साहब जां ब्रिगेड के कमांडर साहब कोई ऑफिस च बैठते, उहदे बाहर झंडा लगदा एक, किन्नी देर लगदा? जिन्नी चिर उत्थे बैठते उन्नी देर लगदा, मुड़ के क्लोज हो जाता। पर ये निशान साहब तो कदे नहीं क्लोज होंदा, सदा लगदा। क्यों लगदा? इस साहब का उस साहब का निशान है जिहड़ा सदीवी है, जिहड़ा सदा वास्ते है। उत्थे सारे बदलते रहिंदे, 2 साल आ गया, 2 साल दूसरा आ गया, 2 साल तीसरा आ गया। पर इत्थे ते साहिब मेरा नीत नवा, सतगुर मेरा सदा सदा, ना आवे ना जाए। क्योंकि रहिंदा ही इत्थे, वो जावेगा कित्थे? ना आवे ना जाए, कित्थे रहिंदा फिर? वो अविनाशी पुरख है, सब में रहा समाए। वो तुहाडे सारियां च समाया होया है, वो अविनाशी है, वो कदे नाश नहीं हुंदा। ये साहब का निशान साहब है। ये की मैसेज दिंदा कि इत्थे साहब रहिंदे हन, इत्थे गुरु ग्रंथ साहिब महाराज है, ये मैसेज दिंदा। तो मैं कहना हुन्ना गुरमुखा तेरे मुख ते हुंदा दाड़ा, सिर ते हुंदे केस, गल विच हुंदी सरी साहब, तैनूं बोल के दसना ही नहीं सी पैना मैं गुरसिख परिवार का बच्चा। आपे ही पता लग जाना सी वेख के कि तू चढ़दी कला वाले परिवार दे विचों हाँ। इस करके जदों असीं भर्ती दफ्तर दीयां लैणां च लगे सी, उदों अरदासां करदे सी महाराज मेरा नंबर लगेगा कि नहीं लगेगा, नौकरी मिलेगी नहीं। कई बेरोजगार तुरे फिरदे आ, पर जदों नौकरी लग गई गुरु ने किरपा की, पहली छुट्टी गया शराब दीयां 2 पेटियां लै गया, दाड़ा केस कतल करवा दिता। तो बहाना पता की बना? हुण मैं फौजी आ, मैनूं पीनी पैंदी आ, मैं फौजी आ, मैनूं दाड़ी कटाउणी पैंदी आ। तो मैं आखदा हुन्ना प्यारिया नहीं, ये तो तेरे ते गुरु ने तरस कर लिया। साडे नाल दे कई अजे भी बेरोजगार तुरे फिरदे आ, गुरु ने रहमत वरता दित्ती। जे तैनूं किते वो 2 लत्तां दी जगह घोड़ियां 2 लैके चलण नूं मजबूर कर दिंदा, लत्तां ना दिंदा, फिर की कर लेण? हुण भी एक्सीडेंट जहाज से वापर जांदे। जे मूंगफली की रेहड़ी ते बिठाया हुंदा फिर तूं गुरसिख होना सी। तूं ते ओहदी दित्ती दात उसे दे अगे बहाना बना के धर दित्ती। जो देवै तिसे ना जाने मूड़ा, दित्ते नूं लपटाए। देण वाले नूं भुल गया, दित्ती दात नाल लपट गया, मैं हुण फौजी आ, मैं तां शराब पीवांगा।
मैं फौजी हाँ, मैं तां नितनेम नहीं कर सकता, मैं तां गुरबाणी नहीं पढ़ सकता, मैं तां अमृत नहीं छक सकता। मिल गई दात विसरिया दातारा, दाता जिहड़ा वो सानूं विसर गया। जे रोज़ नितनेम करदा सी, नौकरी मिल गई छड्ड दित्ता, ते ये नौकरी तेरे लिए माया है। ये माया जित हर विसरे मोह जे पाओ दूजा लाया। घर च साइकिल नहीं सी, अरदासां करदा सी किते मोटरसाइकिल मिलूगा, ते गड्डी मिल गई, ते गुरु भुल गया, ते वो गड्डी दे चाऽ च लग्या, ते वो गड्डी तेरे लिए माया। औलाद नहीं सी, रोज़ अरदासां करदा सी, अज औलाद मिल गई, ते बच्चे दी नूं खेड च लगाई फिरदा, परमात्मा भुल गया, ते वो बच्चा तेरे लिए माया है। इस करके गुरमुख प्यारिओ, सतगुर जी आखदे कैसे बूझे जब मोया है माया। इनू माया ने मोह रखिया, ये किदां बुझ सकदा है रहाओ। कहत कबीर छोड़ बिखिया रस, हित संगत नहचो मरना। बाबा कबीर जी कहंदे छड़ दे बिखिया रस, बिखिया जहर, ये जहर रूपी पदार्थां दे रस नूं त्याग दे। इत संगत निहचो मरना, संगत विच आके इस माया दे मोह ने, इन्हां सारियां चीज़ां ने मरना है। साधु को मिलने जाइए, साथ ना लीजे कोई। भाई साहब नूं मैं पुछ रहा सी, अज इन्हां गुरबाणी लाई सी, साधु को मिलने जाइए साथ ना लीजे कोई। मैं कहा इहदा मतलब नाल किसी नूं खड़ना नहीं चाहिए। महाराज तो कहते जन नानक धूड़ मंगे तिस गुरसिक्की, जो आप जपे अवरे नाम जपावे। साथ ना लीजे कोई दा अर्थ है अपनिया सियाणपां नाल लैके जावी। जो पर साधु संत महात्मा ने कह दिता उन्होंने सत मन लवी। साडे इलाके च ना पिछे एक महापुरुष होए आ, बाबा पाला सिंह गऊं वाले कहंदे हुंदे सी उन्होंने। हुण भी नैट ते वेखो दर्शन हो जाणगे। मैनूं अज भी वो दिन याद आउंदे आ जिस दिन असीं जा रहे, सानूं किसी ने दस्सिया बाबा पाला सिंह गऊं वाले आए होए आ। भचंगी कहंदा चलो पापा दर्शन कर चलीए महापुरुषां दे। जिहड़े पुज्जे होए साधु हुंदे ना, उन्हां ते किरपा हुंदी बड़ी सतगुरां दी। जदों असीं गए ते अठवालां वाली नहर है, अजे नवीं गड्डी लई थोड़ा समा होया सी, वो नहर गड्डी पालती, मींह पई जावे थोड़ा थोड़ा, माड़ी माड़ी छिट्टां आई जाण। अगां चलते गए, सिंघनी कहण लगी कहंदे इत्थों गड्डी स्लिप बड़ी करदी नहर ते। मैं चलो कोई गल नहीं। थोड़ा जिहा अगे होए, डर भी लगे कि नहर च पानी भी आ। थोड़ा जिहा अगे निकले तो सामने ही महापुरुष खड़े मिल गए। तो असीं एकदम गड्डी खड़ी की, उतर के जाके फतेह बुलाई, बाबा जी वाहिगुरू जी का खालसा वाहिगुरू जी की फतेह। सियाल दे दिनां च भी नंगे पैर उस मालक दी मौज इस तरह रहिंदे सी। जदों फतेह बुलाई तो कहंदे भी आ जाओ मेरे पिछे पिछे चलते आओ। अगे अगे महापुरुष। एक बारी मैं आख्या सगों, मैं क्या महापुरुष आओ गड्डी च बैठो। सानूं पता सी वो सवारी करते नहीं सी, पैदल ही चलते जिन्ना मर्जी चलो। असीं किते हस पे, कहंदे हस के कहंदे नहीं आ जाओ पिछे, कोई गल नहीं। नाल दे सिंघां ने इशारा किया कि बाबा जी गड्डी च नहीं बैठणगे। पिछे पिछे हुण बंदा पैदल चल रहे सी, हौली 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 चलते 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 काफ़ी अगे जाके इशारा किया, कहंदे रोक दो इत्थे। असीं गड्डी बंद करके थल्ले उतर आए। कहंदे आ जाओ शरदाई छक लो। उधरों अगों साइकिल ते शरदाई लैके आ गए। शरदाई छकी, इन्ने देर नूं गऊआं बैठियां होईयां सी उत्थे। उन्होंने गऊआं वाल इस तरह दृष्टि पा के देखिया तो मुख तो एक ही बचन निकला, कहंदा की करदियां बैठियां तुसीं इत्थे। उठ पईयां जिस तरह बंदे नूं कहीदा। जाके गड्डी दे चारे पासे घेरा कत के खड़ गईयां। एक ने आके ना पिछली जिहड़ी खिड़की हुंदी उहदे लागे खड़ के इस तरह पलसेट मारी, खड़ाच करके चिब पिया। ते सिंघणी ने इशारा किया, मैं क्या कोई गल नहीं है इशारा, मैं चुप हो जाओ। महापुरुष साधु नूं मिलना है, हुण नाल कुछ ना लैके आओ। साधु को मिलने आइए साथ ना लीजे कोई। भाव के अपनी सियाणप नहीं नाल लैके जानी। हुण साधु कोल आ गए ना, साधु दी मौज है, साधु दी रब दी कोई गल हुंदी आ। ते इन्नी देर नूं फिर सेवादार नूं कहंदे जाओ इन्हां नूं हटा दो हुण पिछे। गऊआं नूं हटाते ते कहंदे जाओ जोधिया हुण जाओ चढ़दी कला लै जाओ। गड्डी मोड़ी वापस गए। रस्ते च आके मैं दस्सिया परिवार नूं कि बहुत वड्डा कोई हादसा होना सी
ਜਿਹੜਾ ਸਾਧੂ ਮਹਾਂਪੁਰਸ਼ਾਂ ਦੀ ਸੰਗਤ ਮਿਲੀ ਤੇ ਉਹਨਾਂ ਛੋਟਾ ਜਿਹਾ ਚਿੱਬ ਪਾ ਕੇ ਕਿਹਾ ਵੀ ਜਾਓ ਲੈ ਜਾਓ, ਹੁਣ ਚੜ੍ਹਦੀ ਕਲਾ ਹੋ ਗਈ ਆ। ਇਸ ਕਰਕੇ साधु को मिलने जाइए, साथ ना लीजिए कोई, अपनी सियाणप नाल नहीं लैके जानी। इस तरह क्यों हो गया, उस तरह क्यों, सत बचन कह दो बस। कहत कबीर छोड़ विख्या रस, बाबा कबीर जी कहते जहर रूपी रसां नूं हुण छड्ड दे, ते असीं छड्ड रहे हैं। अज सारी अज जिहड़े पढ़े लिखे हुंदे सारी रात शराबां चलणियां ते सवेरे नवें साल दा आगमन दा इंतजार करना असीं। कहत कबीर छोड़ विख्या रस, इत संगत निश्चो मरना। ये संगत विच आके जहर रूपी जिहड़े रस है ना, इत्थे आके छुटदे, होर नहीं किते छुटने जाके। रमैया जपो पुराणी अनंत जीवन बाणी, इन बिद भव सागर तरना। उस परमात्मा दे नाम नूं जपना, उस गुरबाणी नूं जपना, इन बिद भव सागर तरना। इहो ही एक विधि है भव सागर तो तरन वास्ते। अमृत नाम निर्मोलक हीरा, गुर दीनो मंतानी। गुरु ने मंत्र दिता कि परमात्मा दा नाम रूपी हीरा जिहड़ा वो निर्मोलक है। निर्मोलक कहंदे इहदा मुੱਲ ही कोई नहीं। कई बार असीं आखदे ने ना कि सरहंद की धरती सब तो महंगी धरती ते है, पर महंगी धरती ते है, महंगी दे नाल नाल निर्मोलक धरती है। उन्होंने कोई खरीद ही नहीं सकता, जो विकाऊ ही नहीं तो खरीदू कोई किवें। किसी च इन्ना दम है कि उस धरती ते काबज हो जाए, किसी इन्नी हिम्मत है उस धरती नूं खरीद सके। सो इस करके गुरमुख प्यारिओ, अमृत नाम निर्मोलक हीरा, परमात्मा दा नाम निर्मोलक हीरा है। किने दसिया? गुर दीनो मंतानी। गुरु ने मंत्र दिता ते नाल ही गुरु ने दसिया परमात्मा दा नाम जिन्हें धारण कर लिया ना, डिगे ना डोले। ना वो हीरा फिर डिगदा ते ना धारण करन वाला कदे डोलदा। ਉਹ ਵੰਗਾਰ ਕੇ ਕਹਿ ਦਿੰਦਾ 10 ਦਾ 20 ਲੱਖ ਵੀ ਦੁਸ਼ਮਣ ਆ ਜੇ, ਆਉਣ ਦਿਓ ਇੱਕ ਵਾਰੀ, ਵੇਖੀ ਕਿਵੇਂ ਟਰੱਕ ਭਰ ਕੇ ਲਾਸ਼ਾਂ ਦੇ ਢੇਰ ਲਾ ਲਾ ਕੇ ਤੋਰਦਾ। ਤੇ ਪ੍ਰਤੱਖ ਪ੍ਰਮਾਣ ਹੁੰਦਾ। ਫਿਰ ਉਹ ਸੀਸ ਤਲੀ ਤੇ ਟਿਕਾ ਕੇ ਮੀਲਾਂ ਤੱਕ ਖੰਡਾ ਵਾਹ ਜਾਂਦਾ। ਜਿਨੇ ਹੀਰਾ ਧਾਰਨ ਕਰ ਲਿਆ, ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ ਹੋ, ਦ੍ਰਿੜਤਾ 'ਚ ਰਹਿੰਦਾ। ਪੂਰਨ ਹੋਏ ਤ੍ਰਿਪਤਾਨੀ, ਪੂਰਨ ਤੌਰ ਤੇ ਤ੍ਰਿਪਤ ਹੋ ਜਾਂਦਾ। ਤੇ ਜਿਨੇ ਹੀਰਾ ਧਾਰਨ ਕਰ ਲਿਆ, ਜਿਹ ਮਾਤ ਪਿਤਾ ਸੁਤ ਮੀਤ ਨਾ ਭਾਈ, ਜਿੱਥੇ ਮਾਤਾ ਪਿਤਾ ਪੁੱਤਰ ਤੇ ਭੈਣ ਭਰਾ ਕੁਝ ਵੀ ਨਾਲ ਨਹੀਂ ਹੋਏਗਾ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। हे मन ਉੱਥੇ ਤੇਰੇ ਨਾਲ ਪਰਮਾਤਮਾ ਦਾ, ਪ੍ਰਭੂ ਦਾ ਨਾਮ ਸਹਾਈ ਹੋਵੇਗਾ। ਹੁਣ ਮਨ ਨੂੰ ਕਿਉਂ ਕਿਹਾ, ਤਨ ਨੂੰ ਕਿਉਂ ਨਹੀਂ ਕਹਿ ਦਿੱਤਾ ਕਿ ਤਨ ਤੇ ਇੱਥੇ ਹੀ ਰਹਿ ਜਾਣਾ, ਜਿੱਥੇ ਸਰੀਰ ਵੀ ਨਹੀਂ ਹੋਏਗਾ ਉੱਥੇ ਨਾਮ ਸਹਾਈ ਹੋਵੇਗਾ। ਇੱਕ ਨਾ ਡਾਕੂ ਸੀ ਧਾੜਵੀ, ਉਹ ਆਉਂਦੇ ਜਾਂਦਿਆਂ ਨੂੰ ਲੁੱਟਦਾ ਹੁੰਦਾ ਸੀ। ਸਿਰ ਵੱਢ ਦੇਣਾ, ਸਿਰ ਵੀ ਛਪਾ ਦੇਣਾ, ਪਤਾ ਨਾ ਲੱਗੇ ਲਾਸ਼ ਕਿਹਦੀ ਹੈ, ਤੇ ਲੁੱਟ ਲੈਣਾ, ਜਿੰਦਾ ਨਹੀਂ ਛੱਡਣਾ, ਸਬੂਤ ਨਹੀਂ ਛੱਡਦਾ ਹੁੰਦਾ। ਇੱਕ ਦਿਨ ਕਿਤੇ ਆ ਗਏ ਪੂਰਨ ਸਾਧੂ, ਜਦੋਂ ਲੱਗਾ ਮਾਰਨ ਉਹ ਕਹਿੰਦੇ ਰੁਕ ਜਾ, ਤੂੰ ਕਿੰਨਿਆਂ ਕੁ ਨੂੰ ਮਾਰਿਆ? ਕਹਿੰਦਾ ਮੈਂ ਤੇ ਬੜਿਆਂ ਨੂੰ ਮਾਰਿਆ, ਤੁਹਾਨੂੰ ਮਾਰਾਂਗਾ। ਕਹਿੰਦੇ ਇਵੇਂ ਕਰ, ਆਪਣੇ ਘਰ ਜਾ ਇੱਕ ਵਾਰ, ਆਪਣੀ ਮਾਂ ਨੂੰ, ਆਪਣੀ ਘਰਵਾਲੀ ਨੂੰ, ਆਪਣੇ ਬੱਚਿਆਂ ਨੂੰ ਪੁੱਛ ਕਿ ਮੈਂ ਬੜਿਆਂ ਨੂੰ ਮਾਰਿਆ ਤੇ ਮੇਰੇ ਪਾਪਾਂ ਦੇ ਇਹਦੇ 'ਚ ਭਾਗੀਵਾਲ ਹੋ ਤੁਸੀਂ? ਖਾਂਦੇ ਤੇ ਸਾਰੇ ਹੀ ਆ ਨਾ ਪਰਿਵਾਰ। ਕਹਿੰਦਾ ਤੁਸੀਂ ਭੱਜ ਜਾਓਗੇ? ਕਹਿੰਦੇ ਸਾਨੂੰ ਬੰਨ੍ਹ ਕੇ ਚਲਾ ਜਾ। ਉਹਨੇ ਦਰਖਤਾਂ ਨਾਲ ਸਾਰੇ ਸਾਧੂ ਬੰਨ੍ਹ ਦਿੱਤੇ, ਪਿੱਛੇ ਨੂੰ ਬਾਹਾਂ ਬੰਨ੍ਹ ਕੇ ਦੌੜ ਕੇ ਗਿਆ ਘਰ। ਕਹਿੰਦਾ ਮਾਂ ਮੈਂ ਬੜੇ ਪਾਪ ਕਰ ਕਰਕੇ ਮਾਇਆ ਲਿਆਉਣਾ, ਇੰਨੀ ਤੁਹਾਨੂੰ ਖੋਨਾ ਲਿਆ ਕੇ, ਜਦੋਂ ਇਹਦਾ ਲੇਖਾ ਜੋਖਾ ਹੋਏਗਾ ਤੂੰ ਵੀ ਭਾਗੀਵਾਲ ਬਣੇਗੀ, ਨਾਲ ਸਾਥ ਦੇਂਗੀ ਮੇਰਾ? ਮਾਂ ਕਹਿੰਦੀ ਨਾ ਪੁੱਤ, ਮੈਂ ਤੈਨੂੰ ਪਾਲ ਪਲੋਸ ਕੇ ਜਵਾਨ ਕੀਤਾ, ਇਹ ਮੇਰਾ ਫਰਜ਼ ਸੀ, ਹੁਣ ਤੇਰਾ ਫਰਜ਼ ਹੈ ਮੇਰੀ ਦੇਖ ਰੇਖ ਕਰਨੀ, ਮੈਨੂੰ ਪ੍ਰਸ਼ਾਦਾ ਛਕਾਉਣਾ। ਮੈਂ ਥੋੜ੍ਹੀ ਕਹਿੰਦੀ ਸਿਰ ਵੱਢ ਕਿਸੇ ਦਾ ਜਾ ਕੇ, ਉਹ ਤੇਰੀ ਮਰਜ਼ੀ, ਜੋ ਮਰਜ਼ੀ ਕਰ, ਤੂੰ ਆਪੇ ਭੁਗਤੇਗਾ, ਮੈਂ ਭਾਗੀਵਾਲ ਨਹੀਂ। ਘਰ ਵਾਲੀ ਕੋ ਆ ਗਿਆ,
घर वाली ने पूछा, वो कहती मेरे माँ प्यो ने मैनू जवान करके तुहाडे लड़ लाता, हुण तुसीं जिवें मेरी परवरिश करनी, मैनू खवाउणा पिआउणा तुहाडी ड्यूटी आ, मैं थोड़ी कहनी जा डाके मार जाके, तू भुगतेगा। बच्चों नूं क्या, बच्चे कहते तुहाडे प्यो ने नहीं तुहानूं पालिया, तुसीं सानूं पालना, तो मैं असी हिस्सेदार नहीं। फिर दौड़ा आया, फिर जिहड़ा वो छुरा सी सुट दिता, फिर साधुआं नूं खुल के चरनी टै पिया, महापुरुषो बख्श लो मैनू। हुण साधु सोचते आ इनू कहांगे राम राम जपिया करे, इहदे वस की गल है नहीं। हुण कातल बंदा, इन्हें की राम राम जपना। कहंदे तूं इउं कर, तू इत्थे बह जा चौंकड़ा ला के, तू किन्नियां कुं नूं मारिया? कहंदा बड़ियां नूं मारिया। कहंदा उन्हां दा एक बार ध्यान धरी जा ते कही जा, जिहड़ा सामने दा मर जांदा सी ना, कहंदा हाँ, कहंदा कही जा मरा 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 मरा। शुरू कर दिता, कहते अखां ना खोली, हुण बंद कर ला अखां। साधु चले गए, पूर्ण संत सी। जदों साधु काफ़ी समय बाद वापस आए ना, तो उत्थे लगी समाधि। अज आशूतोष वर्गिया नूं मरिया नूं कई साल हो गया, तो डी फ्रिज च लाया, कहते संत समाधि च। समाधियां डी फ्रिजरां च नहीं लगदियां, समाधि दी डी फ्रिज की लोड़ मरिया नूं हुंदी, जिंदियां नूं नहीं हुंदी। ते उत्थे कहंदे उन्हें लाई समाधि, ते जदों वापस आए साधु, ते पूरी सिਉਂਕ की वर्मी बनी चारे पासे उत्ते, सारा टकिया। थोड़ी जी जगह अगे है, थोड़ी जिथों आवाज़ आउंदी ते ओनी को हवा दे नाल टट जांदी, उत्थों आवाज़ आ रही, ते मरा मरा हुण बदल गया, ते आवाज़ की आ रही? राम 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 राम, लगातार चल रहा। ते नाल दे साधुआं कहा, महापुरुषो आओ बैठा जे। कहते जिन्हों बिठा गए सी मरा मरा कहण वास्ते। फिर उन्होंने वर्मी तोड़ी ते बाहर कढ़िया, ते ओ स्वामी वाल्मीकि जी होए, जिन्हां ने रामायण लिखी है। इस करके गुरमुखो, साधुआं दी संगत करन दा एडा वड्डा लाभ हुंदा है। सतगुरु जी आखदे हन, जे मात पिता सुत मीत न भाई, मन ऊहा नाम तेरे संग सहाई। जिथे शरीर भी नहीं होएगा, माता पिता नहीं होणगे, उत्थे परमात्मा दा नाम तेरे नाल सहाई होएगा। इन विध भव सागर तरना, इस विधि नाल भव सागर तो तर सकते हाँ। जां तिस पावै तां लागै पाओ। एक हुंदा पाओ, एक हुंदा पाओ। भब्बे नूं कन्ना ते ऊड़े नूं औंकड़ पाओ। भाव का अर्थ हुंदा प्यार, ते कन्ना लथ जे ते भाव का अर्थ हो जांदा डर। इत्थे भाव शब्द है, जां तिस भावै तां लागे पाओ। हे दाता परमेश्वर, जे तैनूं किते भा जाइए ना, तां फिर तेरे नाल प्यार लग जांदा, तां लागे पाओ। परम भुलावा विचों जाए, फिर भरम भुलेखा सारा कुछ विचों जिहड़ा है वो निकल जाता है। भुलेखा की है? जो असल ना होवे उहनूं कहंदे भुलेखा। जिवें कोई जा रहा होवे, आवाज़ मारीए फलाना सियां गल सुन के जावी, ते जदों रुक जावे तो उहनूं आखीए सॉरी, मैं तो सोचा सी फलाना वां, तूं ते कोई होर निकल गया। जैसा मानीए होए ना तैसा। गुरबाणी गुरु अमरदास पातशाह जिक्र करते हैं कि भुलेखा की है? जैसा मानीए होए ना तैसा, जैसा मन लईए वैसा ना होवे, उन्हों कहते भुलेखा। परम भुलावा विचों जाए, अंदरों भुलेखा ही चला जाता। उपजे सहज ज्ञान मत जागे। जदों भुलेखे चले जाण फिर की हुंदा? हुण किसी राह तुसीं तुरना होवे रस्ते च, ते भुलेखा खत्म हो जाए, पता लग जाए इहो ही रस्ता जांदा आनंदपुर साहब नूं, ते फिर की हुंदा? बंदा सीधा तुरिया जांदा। उपजे सहज, फिर सहज ही हुंदा ना, फिर चिंता खत्म हो जाती, सहज अवस्था ना बंदा गड्डी चलाई जांदा। फिर उपजे सहज ज्ञान मत जागे, फिर ज्ञान मत दे अंदर जागृत हो जाता जो भुलेखे ही खत्म हो जाण। गुर प्रसाद अंतर लिव लागे, गुरु की किरपा नाल अंदरों फिर बंदे की लिव लग जाती है। इत संगत नाही मरना,
इस तरह जिहड़ा इस संगत विच आ गया वो मरदा नहीं। दादी माँ ने कहा सी ना साहिबजादिਆਂ ਨੂੰ, कहते माँ हुण कल नूं नहीं असीं वापस आउणा। कहते क्यों? कहते कल सानूं नीहां 'च चिण देना, दीवारां 'च चिणना कल सानूं। कहते दीवारां 'च ही चिणनगे, मार थोड़ी देणगे। भाव के शरीर दा मर जाना मौत नहीं है, जमीर दा मर जाना ही असली मौत है। शरीर ते फिर दूसरे शरीर मिल जाएगा उस तो बाद। ये तो संगत ना ही मरना, ये संगत जिहड़ा आ गया फिर वो मरदा नहीं। हुक्म पछाण ता खसम मिलना, जिन्हें हुक्म पछाण लिया फिर अपने खसम परमात्मा प्रभु नाल एकमिक हो जाता है। हर हर जन दोई एक है, बिब विचार किछ नाही। जल ते उपज तरंग ज्यों, जल ही बिखै समाहे। परमात्मा रहिंदा कित्थे है? मन तू जोत स्वरूप है, अपना मूल पछाण। तू परमात्मा दी जोत दा एक छोटा जिहा अंश है। तू अपने मुढ़ नूं पछानना कर, अपने मूल नूं पहचानना कर। मन तू जोत स्वरूप है, अपना मूल पछाण। जदों सानूं परमात्मा दी अपने मुढ़ दी पछाण भुल जांदी, दरख्त नूं टुटिया पत्ता सुकदा ही उदों आ जदों अपने वो अस्तित्व नालों मुढ़ दे नालों टाणी नूं टुट जांदा। जिन्ना चिर जुड़िया रहिंदा उन्ना चिर वो हरिया भरिया रहिंदा रहाओ दूजा। सो सतगुरु महाराज कृपा करन। अज पुराना साल जा रहा ते नवां साल आ रहा। नवां साल साडे लई तां खुशियां भरपूर है जे अज पुराणियां बुराइयां दा त्याग कर दईए, जिंदगी दे विच कोई नवीं चंगी शुरुआत करिए। जे शराब पीना तो शराब छड्ड दे, अमृत नहीं छकिया अजे तक तो अमृत छक ला। जे रोज़ ही झूठ दे आसरे जीवन बतीत करदा तो वह छड्ड दे। जे रोज़ एक टाइम गुरुद्वारा साहब उन्हां ते हुण 2 टाइम आउणा शुरू कर दे। जे कल्ला सवेरे जपजी साहब ही करदा तो हुण 5 बाणियां पढ़नियां शुरू कर दे। जिवें कल एक भाई नाल बचन हो रहे सी कि वह कहंदा जी बाबा जी शराब नहीं छुटदी। मैं कहा छुटदी क्यों नहीं गुरमुखा? तो मैं कहा उदों दसना सी मैनूं जदों मैं तुहाडी पलटन विच सी। कई चिरां बाद कुदरती गल हो गई, कोई बंदा दुध पाउण गया तो वह कहंदा जी सूबेदार साहब सी रिटायरमेंट गए, कहंदे बाबा जी मैं दुध पाउण आया डेयरी च। तो फिर हस के कहंदा डेयरी वाला भी अपनी पलटन का रिटायरमेंट। मैं कहा कौन? कहंदा मनिंदर सिंह। मैं गल कराओ। गल कराई, फतेह बुलाई, कहंदे बाबा जी शराब नहीं छुटदी। मैं कहा तो उदों दसना सी नहीं छुटदी, छडा देनी सी आपां। ਇਹੋ ਜਿਹਿਆਂ ਨੇ ਛੱਡ ਦਿੱਤੀ ਜਿਹਨੇ ਪਰਿਵਾਰ ਵੀ ਕਹਿੰਦੇ ਸੀ ਨਹੀਂ ਛੱਡ ਸਕਦੇ, ਔਰ ਅੱਜ ਉਹ ਸਿੱਖੀ ਦੇ ਪ੍ਰਚਾਰਕ ਬਣੇ ਆ ਮੇਰੇ ਗੁਰੂ ਸਾਹਿਬ ਦੀ ਰਹਿਮਤ ਦੇ ਨਾਲ। ਕਿਹੜੀ ਚੀਜ਼ ਨਹੀਂ ਛੁੱਟਦੀ? ਫਿਰ ਉਹ ਇਨਸਾਨ ਨਹੀਂ ਹੋ ਸਕਦਾ, ਪਸ਼ੂ ਆ। ਤੁਸੀਂ ਡੰਗਰਾਂ ਨੂੰ ਦੇਖਿਆ ਕਦੇ? ਜਦੋਂ ਬੌਲ ਨੂੰ ਅਸੀਂ ਜਿਉਂਦੇ ਹੁੰਦੇ ਸੀ ਨਾ, ਰੇੜੇ ਜਾਂ ਜੋਣਾ ਤੇ ਜਾਂ ਗੇੜੀ ਜੋਣਾ, ਗੇੜੀ ਕਹਿੰਦੇ ਆ, ਖੂਹ ਵਗਦਾ ਹੁੰਦਾ ਸੀ ਜਾਂ ਟੋਕਾ ਜਾਂ ਵੇਲਣਾ ਚੱਲਦਾ ਸੀ ਤੇ ਗੇੜੀ ਇੱਦਾਂ ਬੌਲ ਦੇ ਚੱਕਰ ਕੱਟਦੇ ਹੁੰਦੇ ਸੀ। ਤੇ ਕੀ ਕਰਨਾ? ਬੌਲਦਾਂ ਨੂੰ ਖੋਪੇ ਲਾ ਦੇਣੇ ਤੇ ਦੇਖਣ ਨਾ ਅੱਗੇ। ਜਦੋਂ ਜਾਂਦੇ ਆ ਨਾ ਤਾਂ ਉਹਨਾਂ ਨੂੰ ਦਿਖੇ ਨਾ, ਉਹਨਾਂ ਦੇ ਪਿੱਛੇ ਨਾ ਘੁੰਮਣਾ ਪਵੇ। ਇੱਕ ਬੰਨੇ ਬੰਦੇ ਨੇ ਇਸ ਤਰ੍ਹਾਂ ਖੜੇ ਹੋ ਜਾਣਾ ਤੇ ਜਦੋਂ ਉੱਥੇ ਆਉਣੇ ਤੇ ਇੱਕ ਡੰਡਾ ਜਾਂ ਦਬਕਾ ਮਾਰ ਦੇਣਾ ਤੇ ਜਦੋਂ ਦੂਜੀ ਗੇੜੀ ਬੋਲਦੇ ਨੇ ਉੱਥੇ ਆਉਣਾ ਤਾਂ ਉੱਥੋਂ ਆਪਣੇ ਆਪ ਭੱਜ ਪੈਣਾ ਉਹਨੇ। ਉਹਨੂੰ ਪਤਾ ਇੱਥੋਂ ਮੇਰੇ ਡੰਡਾ ਪੈਂਦਾ। ਫਿਰ ਤਾਂ ਅਸੀਂ ਪਸ਼ੂਆਂ ਦੇ ਨਾਲੋਂ ਵੀ ਭੈੜੇ ਹੋ ਗਏ, ਪਸ਼ੂਆਂ ਨਾਲੋਂ ਵੀ ਬੇਕਾਰ ਹੋ ਗਏ ਨਾ। ਜੇ ਕਹਿੰਦੇ ਛੁੱਟਦਾ ਨਹੀਂ, ਇਨਸਾਨ ਹੈ, ਪਸ਼ੂ ਕਹਿ ਸਕਦਾ ਪਰ ਪਸ਼ੂ ਵੀ ਸੰਭਲ ਜਾਂਦਾ। ਜੇ ਰੋਜ਼ ਡੰਡਾ ਪਏ ਇੱਥੇ ਸਟਾਲੇ 'ਚ ਮੂੰਹ ਨਹੀਂ ਮਾਰਨਾ। ਤੁਸੀਂ ਇਹੋ ਜਿਹੇ ਪਸ਼ੂ ਵੇਖੋਗੇ, ਰੇੜਾ ਜੋ ਕਿ ਘਰ ਵਾਲੇ ਛੱਡ ਦਿੰਦੇ ਤਾਂ ਉਹ ਖੇਤਾਂ 'ਚ ਪਹੁੰਚ ਜਾਂਦਾ, ਖੇਤਾਂ ਛੱਡ ਦਿੰਦੇ ਉਹ ਘਰ ਆ ਕੇ ਲੈ ਆਉਂਦਾ। ਤੁਸੀਂ ਕਹਿੰਦੇ ਸ਼ਰਾਬ ਨਹੀਂ ਛੁੱਟਦੀ। ਮੈਂ ਕਿਹਾ ਮੇਰੇ ਨਾਲ ਰਹਿ ਕੇ ਦੇਖੋ। ਤੁਸੀਂ ਮੈਨੂੰ ਇਹ ਗੱਲ ਕਹੋਗੇ ਗਿਆਨੀ ਜੀ ਤੁਸੀਂ ਸਾਰੀ ਜ਼ਿੰਦਗੀ ਰੋਟੀ ਖਾਂਦੇ ਰਹੇ, ਹੁਣ ਤੁਹਾਨੂੰ ਰੋਟੀ ਨਹੀਂ ਚੌਲ ਹੀ ਦੇਣੇ। ਤਾਂ ਮੈਂ ਕੋਈ ਚੌਲ ਹੀ ਖਾ ਲਾਂਗੇ ਕਿਉਂਕਿ ਆਪਾਂ ਜੀਣ ਵਾਸਤੇ ਖਾਣੇ ਆ। ਤੁਸੀਂ ਫਿਰ ਕਹਿ ਦਿਓ ਚੌਲ ਵੀ ਨਹੀਂ ਮਿਲਣੇ, ਦਾਲ ਹੀ ਇਕੱਲੀ ਮਿਲਣੀ, ਅਸੀਂ ਦਾਲ ਹੀ ਖਾ ਲਾਂਗੇ, ਜੀਣ ਵਾਸਤੇ ਖਾਣੀ। ਤੁਸੀਂ ਸੱਜਣਾ ਖਾਣ ਵਾਸਤੇ ਜਿਉਂਦੇ ਹੋ ਤਾਂ ਤੁਸੀਂ ਦੁਖੀ ਹੋ, ਜੀਣ ਵਾਸਤੇ ਖਾਓਗੇ ਤਾਂ ਦੁਖੀ ਨਹੀਂ ਹੋਵੋਗੇ। ਉਹ ਫਿਰ ਉਹ ਭਾਈ ਸਾਹਿਬ ਕਹਿੰਦੇ, ਮੈਂ ਕੱਲ੍ਹ ਵੀ ਜ਼ਿਕਰ ਕਰ ਚੁੱਕਿਆ, ਕਹਿੰਦਾ 6000 ਦੀ ਮੈਂ ਸ਼ਰਾਬ ਪੀਣਾ ਮਹੀਨੇ ਦੀ। 6000 ਦੀ ਸ਼ਰਾਬ ਪੀਣਾ। ਜੇ 6000 ਚੋਂ 1000 ਮਾਂ ਨੂੰ ਦੇ ਦੇਂਗਾ, ਜਨਮ ਦੇਣ ਵਾਲੀ ਜਨਨੀ ਨੂੰ, ਤੇ ਮਾਂ ਵੀ ਖੁਸ਼, ਪੁੱਤ ਬੜਾ ਮੇਰਾ ਖਿਆਲ ਰੱਖਦਾ। 1000 ਆਪਣੀ ਸਿੰਘਣੀ ਨੂੰ ਦੇ ਦੇ।
1000 रुपया बच्चों ते खर्च कर दे, जेब खर्चे लिए कर दे, भावें बच्चे खुश हो जाएंगे, पापा बड़ा ख्याल रखते साडा। और जिहड़े भरा की डैथ हुई है तुहाडे दी, जिहदा दुध का कारोबार तुसीं संभालिया, 1000 रुपया उस भाई साहब के परिवार नूं दे दे, फिर भी 2000 बच गया। तो 2000 का हर तीजे दिन पनीर लिया घर च। हुण तेरी कढ़ाई वक्री हुंदी होनी, तू दूसरा समान बनाउंदा होएगा, नफरत भी करदे होने, फिर सारे प्यार नाल इकट्ठे बह के रोटी खाओगे, नाल जिहड़ी सब्जी ही वो बच जाएगी। सो गुरमुख प्यारिओ, ये बंदा जिहड़ा कहंदा ना मैं छड्ड नहीं सकदा, तो मैं तो कहना कई बारी किसी की किस्मत गुरु कृपा करदा, पुराना साल जा रहा सी, हो सकता कल उसे उहदे कोई पुराने भाग जागे, उहदी अचानक गल होनी सी, तो उन्हें कहा ठीक है मैं अज तो बाबा जी कोशिश करदा, शायद उहदी कोशिश ही कामयाब हो जाए। सो इस करके सतगुरु महाराज कृपा करन, कोई ना कोई बुराई है साल दी छड्ड दईए, तां करके साडे वास्ते नवां साल चंगा है। नहीं तो प्यारिओ जिस तरह का ये सी उसे तरह का वो है। साई घड़ी सुलखणी जित सिमरत हर नाम, इन्ने बचन करते हुए समाप्ति। कोई बचन वध घट बोलिया गया होवे, गुरु रूप साध संगत ते श्री गुरु ग्रंथ साहिब जी महाराज बख्शण योग हैं। बुलाओ फतेह जी। वाहिगुरु जी का खालसा, वाहिगुरु जी की फतेह। सतनाम।